ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖਣ ਨਾਮ ਦੇਵ, ਭਲਕੇ ਓਠ ਤ੍ਰਿਲੋਚਨ ਆਵੈ। ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੈ। ਮੇਰੀ ਭੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਠਾਕੁਰ ਜੀ ਨੂੰ ਪੁੱਛੇ ਓਸ, ਦਰਸ਼ਨ ਕਿਵੇਂ ਤ੍ਰਿਲੋਚਨ ਪਾਵੈ। ਹੱਸ ਕੇ ਠਾਕੁਰ ਬੋਲਿਆ, ਨਾਮ ਦਿਓ ਨੂੰ ਕਹਿ ਸਮਝਾਵੈ। ਹੱਥ ਨ ਆਵੈ ਭੇਟ ਸੋ, ਤੁਸ ਤ੍ਰਿਲੋਚਨ ਮੈਂ ਮੋਹਿ ਲਾਵੈ। ਹਉ ਅਧੀਨ ਹਾਂ ਭਗਤ ਦੇ, ਪਹੁੰਚ ਨ ਹੰਗਾ ਭਗਤੀ ਦਾਵੈ। ਹੋਏ ਵਿਚੋਲਾ ਆਣ ਮਿਲਾਵੈ, ਹੋਏ ਵਿਚੋਲਾ ਆਣ ਮਿਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ 'ਤੇ ਬਿਰਾਜਮਾਨ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। 10ਵੀਂ ਵਾਰ ਦੀ 12ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ 12ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੇ ਮੇਲ ਦਾ ਉਹਨਾਂ ਨੇ ਜਿਵੇਂ ਇਕੱਠਿਆਂ ਮਿਲ ਕੇ ਭਗਤੀ ਕੀਤੀ, ਉਹਦਾ ਜ਼ਿਕਰ ਕਰ ਰਹੇ ਹਨ। ਕੱਲ੍ਹ 11ਵੀਂ ਪੌੜੀ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਭਗਤ ਨਾਮਦੇਵ ਜੀ ਦੀ ਸਾਖੀ। ਪਰਮਾਤਮਾ ਨੇ ਆਪਣੇ ਭਗਤ ਦੀ ਪੈਜ ਰੱਖੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿੱਚ 61 ਸ਼ਬਦ ਹਨ। ਪ੍ਰਭੂ ਭਗਤੀ ਦੇ ਨਾਲ ਓਤ-ਪੋਤ ਪਰਮਾਤਮਾ ਦੀ ਭਗਤੀ ਕਰਨ ਦਾ ਆਪ ਨੇ ਇਹਨਾਂ ਸ਼ਬਦਾਂ ਦੇ ਵਿੱਚ ਉਪਦੇਸ਼ ਦਿੱਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ
ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਇਹ ਸਮਕਾਲੀ ਸਨ। ਭਗਤ ਨਾਮਦੇਵ ਭਗਤ ਤ੍ਰਿਲੋਚਨ ਜੀ ਦਾ ਬਹੁਤ ਆਪਸ ਵਿੱਚ ਪਿਆਰ ਸੀ। ਦੋਵੇਂ ਪਰਮਾਤਮਾ ਦੀ ਭਗਤੀ ਕਰਿਆ ਕਰਦੇ ਸੀ। ਬਾਬਾ ਕਬੀਰ ਸਾਹਿਬ ਜੀ ਦੇ ਜਦੋਂ ਆਪਾਂ ਸ਼ਲੋਕ ਪੜ੍ਹਦੇ ਹਾਂ, ਬਾਬਾ ਕਬੀਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਜੀ ਦਾ ਦੋਹਾਂ ਦਾ ਜ਼ਿਕਰ ਕੀਤਾ ਹੈ। ਭਗਤ ਤ੍ਰਿਲੋਚਨ ਜੀ ਜਦੋਂ ਉਹਨਾਂ ਨੇ ਸੁਣਿਆ ਭਗਤ ਨਾਮਦੇਵ ਜੀ ਦੀ ਮਹਿਮਾ ਬਹੁਤ ਹੁੰਦੀ ਹੈ, ਦੂਰੋਂ ਦੂਰੋਂ ਲੋਕ ਦਰਸ਼ਨ ਕਰਨ ਆਉਂਦੇ ਹੈ, ਉਹਨਾਂ ਤੋਂ ਸਿੱਖਿਆ ਲੈਂਦੇ ਹੈ, ਬੜੇ ਵੱਡੇ ਪਰਮੇਸ਼ਰ ਦੇ ਪਿਆਰੇ ਭਗਤ ਹਨ, ਤਾਂ ਭਗਤ ਤ੍ਰਿਲੋਚਨ ਜੀ ਦਰਸ਼ਨਾਂ ਲਈ ਗਏ, ਮਿਲਣ ਵਾਸਤੇ ਗਏ। ਭਗਤ ਨਾਮਦੇਵ ਜੀ ਆਪਣੀ ਕਿਰਤ ਵਿੱਚ ਲੱਗੇ ਹੋਏ ਸੀ, ਨਾਲੇ ਪਰਮੇਸ਼ਰ ਦਾ ਨਾਮ ਜਪ ਰਹੇ ਸੀ। ਰਜਾਈਆਂ ਦੇ ਜਿਹੜੇ ਗਲਾਫ ਹੁੰਦੇ ਹੈ ਉਹ ਠੇਕ ਰਹੇ ਸੀ। ਭਗਤ ਤ੍ਰਿਲੋਚਨ ਜੀ ਨੇ ਜਦ ਆ ਕੇ ਦਰਸ਼ਨ ਕੀਤੇ, ਕੰਮ ਕਰਦਿਆਂ ਵੇਖਿਆ ਤੇ ਮਨ ਵਿੱਚ ਸੋਚਿਆ ਵੀ ਮੈਂ ਤਾਂ ਇਹ ਮਨ ਵਿੱਚ ਖਿਆਲ ਕਰਕੇ ਆਇਆ ਸੀ ਕਿ ਕਿਤੇ ਵੱਖਰੇ ਬੈਠੇ ਹੋਣਗੇ, ਪਰ ਇਹ ਤਾਂ ਇੱਥੇ ਕੰਮ ਪਏ ਕਰਦੇ ਹੈ, ਇਹ ਭਗਤ ਨਹੀਂ। ਬਾਬਾ ਕਬੀਰ ਸਾਹਿਬ ਦਾ ਉਹ ਸ਼ਲੋਕ ਹੈ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਸ਼ੀਪਹੁ ਛਾਏ ਲੈ ਰਾਮ ਨ ਲਾਵਹੁ ਚੀਤ। ਭਗਤ ਤ੍ਰਿਲੋਚਨ ਮਿੱਤਰ ਜੀ ਕਹਿਣ ਲੱਗੇ, ਕਹਿੰਦੇ ਨਾਮਦੇਵ ਤਾਂ ਮਾਇਆ ਵਿੱਚ ਮੋਹਿਆ ਹੋਇਆ ਹੈ, ਤੇ ਆ ਕੇ ਕਹਿਣ ਲੱਗੇ ਨਾਮਦੇਵ ਜੀ ਕਾਹੇ ਸ਼ੀਪਹੁ ਛਾਏ ਲੈ ਰਾਮ ਨ ਲਾਵਹੁ ਚੀਤ। ਇਹ ਬਸਤਰ ਕਿਉਂ ਠੇਕ ਰਹੇ ਹੋ? ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਕਿਉਂ ਨਹੀਂ ਲਾਉਂਦੇ? ਤੇ ਭਗਤ ਨਾਮਦੇਵ ਜੀ ਨੇ ਕਿਹਾ ਸੀ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਐ ਤ੍ਰਿਲੋਚਨ ਜੀ, ਮੁਖ ਤੋਂ ਪਰਮਾਤਮਾ ਦਾ ਨਾਮ ਸੰਭਾਲੋ, ਚੇਤੇ ਕਰੋ, ਤੇ ਹੱਥਾਂ ਪੈਰਾਂ ਦੇ ਨਾਲ ਕੰਮਕਾਰ ਕਰਦੇ ਰਹੋ ਤੇ ਚਿੱਤ ਨਿਰੰਕਾਰ ਦੇ ਚਰਨਾਂ ਵਿੱਚ ਜੋੜੀ ਰੱਖੋ, ਕਿਰਤ ਨਹੀਂ ਛੱਡਣੀ। ਸੋ ਭਗਤ ਸਾਹਿਬਾਨ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹੀ ਭਗਤ ਜਨਾਂ ਦਾ ਸਿਧਾਂਤ ਸੀ। ਔਰ ਤਾਂ ਹੀ ਮੇਰੇ ਸਤਿਗੁਰੂ ਨੇ ਗੁਰਮਤਿ ਦੀ ਕਸਵੱਟੀ 'ਤੇ ਖਰੇ ਉਤਰਦੇ ਉਹਨਾਂ ਦੇ ਅੰਮ੍ਰਿਤ ਬੋਲਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ। ਫਿਰ ਆਪਸ ਦੇ ਵਿੱਚ ਬਹੁਤ ਪ੍ਰੇਮ ਵਧਿਆ ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਜੀ ਦਾ। ਕਾਰ ਵੀ ਕਰਨੀ, ਜਦ ਸਮਾਂ ਬਣਨਾ ਇਕੱਠੇ ਬੈਠ ਕੇ ਭਗਤੀ ਵੀ ਕਰਨੀ, ਪ੍ਰਭੂ ਦੀਆਂ ਕਥਾਵਾਂ ਕਰਨੀਆਂ। ਸੋ ਇਸ ਤਰ੍ਹਾਂ ਬੰਦਗੀ, ਸੇਵਾ, ਸਿਮਰਨ, ਧਰਮ ਦੀ ਕਿਰਤ ਕਰਦਿਆਂ ਹੋਇਆਂ ਆਪਣਾ ਜ਼ਿੰਦਗੀ ਦਾ ਸਮਾਂ ਬਤੀਤ ਕੀਤਾ ਤੇ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋਏ ਹੈ। ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਜੀ, ਇਹਨਾਂ ਦੇ ਮਿਲਾਪ ਦਾ ਹੁਣ ਭਾਈ ਗੁਰਦਾਸ ਸਾਹਿਬ ਜੀ ਵਰਣਨ ਕਰਦੇ ਨੇ।
ਦਰਸ਼ਨ ਦੇਖਣ ਨਾਮ ਦੇਵ, ਭਲਕੇ ਉਠ ਤ੍ਰਿਲੋਚਨ ਆਵੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਭਗਤ ਨਾਮਦੇਵ ਜੀ ਦੇ ਦਰਸ਼ਨ ਵੇਖਣ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਸਵੇਰੇ ਹੀ ਭਗਤ ਤ੍ਰਿਲੋਚਨ ਜੀ ਆਉਂਦੇ ਸੀ। ਬੜੇ ਪਰਮ ਪਿਆਰੇ ਮਿੱਤਰ ਸੀ ਭਗਤ ਨਾਮਦੇਵ ਜੀ ਉਹਨਾਂ ਦੇ, ਕਿਉਂਕਿ ਭਗਤਾਂ ਦੀ ਭਗਤਾਂ ਨਾਲ ਹੀ ਬਣਦੀ ਹੈ, ਸੰਸਾਰੀ ਲੋਕਾਂ ਦੇ ਨਾਲ ਘੱਟ ਹੀ ਬਣਦੀ ਹੈ। ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਭਗਤਾ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ। ਭਗਤਾਂ ਤੇ ਸੰਸਾਰੀ ਲੋਕਾਂ ਦੀ ਬਣਦੀ ਘੱਟ ਹੀ ਹੈ। ਸੰਸਾਰੀ ਲੋਕਾਂ ਦਾ ਰਸਤਾ ਵੱਖਰਾ ਹੁੰਦਾ ਹੈ, ਭਗਤਾਂ ਦਾ ਰਸਤਾ ਵੱਖਰਾ ਹੁੰਦਾ ਹੈ। ਭਗਤ ਭਗਤੀ ਕਰਦੇ ਨੇ, ਉਹਨਾਂ ਦੀ ਚਾਲ ਦੁਨੀਆ ਦੇ ਨਾਲੋਂ ਨਿਰਾਲੀ ਹੁੰਦੀ। ਅਸੀਂ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹਾਂ, ਭਗਤਾਂ ਕੀ ਚਾਲ ਨਿਰਾਲੀ। ਚਾਲਾਂ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਉਹ ਬੜੇ ਔਖੇ ਰਸਤੇ 'ਤੇ ਚੱਲਦੇ ਹੈ। ਉਹਨਾਂ ਦਾ ਪੰਧ, ਉਹਨਾਂ ਦਾ ਪੈਂਡਾ ਮਾਰਗ ਬੜਾ ਕਠਿਨ ਹੁੰਦਾ ਹੈ, ਜਿਹਦੇ 'ਤੇ ਭਗਤ ਚੱਲਦੇ ਹੈ। ਔਰ ਇਹੀ ਕਾਰਨ ਵੀ ਦੁਨੀਆ ਜਿਸ ਪਾਸੇ ਚੱਲਦੀ ਹੈ, ਹਕੂਮਤ ਜਿਸ ਪਾਸੇ ਚੱਲਦੀ ਹੈ, ਭਗਤ ਨੂੰ ਉਹ ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਹੈ, ਪਰ ਭਗਤ ਉਹਨਾਂ ਦੇ ਮੁਤਾਬਕ ਨਹੀਂ। ਉਹ ਤਾਂ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਚੱਲਦਾ ਹੈ। ਭਾਵੇਂ ਭਗਤ ਦਾ ਸਰੀਰ ਵੀ ਕਿਉਂ ਨਾ ਲੇਖੇ ਲੱਗ ਜਾਏ, ਉਹ ਸੱਚ ਦੇ ਮਾਰਗ ਦਾ ਕਦੇ ਤਿਆਗ ਨਹੀਂ ਕਰਦਾ। ਇਹੀ ਕਾਰਨ ਤੁਸੀਂ ਵੇਖੋ, ਜਿਨ੍ਹੇ ਪਰਮੇਸ਼ਰ ਦੇ ਪਿਆਰੇ ਭਗਤ ਹੋਏ ਹੈ, ਉਹਨਾਂ ਨੂੰ ਬਹੁਤ ਦੁੱਖਾਂ ਦਾ, ਮੁਸ਼ਕਲਾਂ ਦਾ ਆਪਣੇ ਜੀਵਨ ਦੇ ਵਿੱਚ ਸਾਹਮਣਾ ਕਰਨਾ ਪਿਆ। ਸੱਤ ਤੇ ਸੱਤਾ ਦਾ ਟਕਰਾਅ ਬੜੇ ਲੰਮੇ ਸਮੇਂ ਤੋਂ ਹੁੰਦਾ ਆਇਆ ਹੈ। ਗੁਰੂ ਸਾਹਿਬਾਨ ਦਾ ਜੀਵਨ ਵੇਖ ਲਓ ਆਪ ਜੀ। ਕਦੇ ਬਾਬਰ ਜ਼ੁਲਮ ਕਰਦਾ ਏ, ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਵਿੱਚ ਪਾ ਦਿੰਦਾ ਹੈ। ਫਿਰ ਸਤਿਗੁਰੂ ਦੀ ਰਹਿਮਤ ਵੇਖ ਕੇ ਉਹ ਕੈਦ ਵਿੱਚੋਂ ਛੱਡਦਾ ਵੀ ਹੈ, ਮਹਾਰਾਜ ਕੈਦੀ ਛਡਾਉਂਦੇ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਸਾਜ਼ਿਸ਼ ਅਧੀਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉਹ ਕੋਈ ਬੰਦਗੀ ਕਰਨ ਦੀ ਥਾਂ ਥੋੜ੍ਹੀ ਸੀ। ਸਾਜ਼ਿਸ਼ ਤਾਂ ਇਹੀ ਸੀ, ਇੱਥੇ ਹੁਣ ਨਿਕਲਣ ਨਹੀਂ ਦੇਣਾ ਇਹਨਾਂ ਨੂੰ। ਪਰ ਮਹਾਰਾਜ ਨੇ ਹੋਰ ਰਾਜਿਆਂ ਨੂੰ ਵੀ ਬਾਹਰ ਕਢਾ ਦਿੱਤਾ। ਉੱਥੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਆਏ ਸਤਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਸ਼ਾਹੀ ਫੌਜਾਂ, ਸੂਬਾ ਸਰਹੰਦ, ਪਹਾੜੀ ਰਾਜੇ ਜ਼ੋਰ ਲਾ ਲਾ ਕੇ ਹਾਰ ਹੰਭ ਗਏ, ਫੜੀਏ ਗ੍ਰਿਫਤਾਰ ਕਰ ਦਈਏ, ਗੁਰੂ ਨੂੰ ਖਤਮ ਕਰ ਦਈਏ, ਪਰ ਗੁਰੂ ਨੂੰ ਖਤਮ ਨਾ ਕਰ ਸਕੇ। ਸੋ ਇਹ ਜਿਹੜਾ ਝੂਠ ਦਾ ਅਤੇ ਸੱਚ ਦਾ ਹਮੇਸ਼ਾ ਟਕਰਾਅ ਹੁੰਦਾ ਆਇਆ ਹੈ। ਭਗਤਾਂ ਨੂੰ ਵੀ ਇਸ ਰਸਤੇ ਦੇ ਵਿੱਚੋਂ ਲੰਘਣਾ ਪਿਆ ਹੈ। ਸੋ ਪਰਮੇਸ਼ਰ ਦੇ ਜਿਹੜੇ ਪਿਆਰੇ ਭਗਤ ਨੇ ਨਾ, ਇਹ ਭਗਤੀ ਕਰਦੇ ਹੈ। ਸੰਸਾਰ ਦੇ ਲੋਕਾਂ ਦੇ ਨਾਲ ਉਹਨਾਂ ਦੀ ਘਾਟੀ ਬਣਦੀ ਹੈ। ਭਗਤਾਂ ਦੀ ਭਗਤਾਂ ਦੇ ਨਾਲ ਹੀ ਦੋਸਤੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਦਰਸ਼ਨ ਦੇਖਣ ਨਾਮ ਦੇਵ, ਭਲਕੇ ਉਠ ਤ੍ਰਿਲੋਚਨ ਆਵੇ। ਭਗਤ ਨਾਮਦੇਵ ਜੀ ਦੇ ਦਰਸ਼ਨ ਵੇਖਣ ਵਾਸਤੇ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਭਗਤ ਤ੍ਰਿਲੋਚਨ ਜੀ ਆਉਂਦੇ ਸਨ। ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਫਿਰ ਦੋਵੇਂ ਜਣੇ ਮਿਲ ਕੇ ਪਰਮੇਸ਼ਰ ਦੀ ਭਗਤੀ ਕਰਦੇ ਹੁੰਦੇ ਸੀ। ਦੋਵਾਂ ਨੇ ਮਿਲ ਕੇ ਭਗਤੀ ਕਰਨੀ, ਕੰਮ ਵੀ ਨਹੀਂ ਛੱਡਣਾ। ਜਦ ਸਮਾਂ ਮਿਲਣਾ ਸਤ ਸੰਗਤ ਬੈਠ ਕੇ ਕਰਨੀ। ਨਾਮ ਦਿਓ ਹਰ ਚਲਤ ਸੁਣਾਵੇ। ਭਗਤ ਤ੍ਰਿਲੋਚਨ ਜੀ ਨੇ ਕਹਿਣਾ, ਭਗਤ ਨਾਮਦੇਵ ਜੀ ਕੋਈ ਰੱਬ ਦੀ ਗੱਲ ਸੁਣਾਓ।
ਉਹਦੀਆਂ ਵਡਿਆਈਆਂ, ਉਹਦੇ ਕੌਤਕ ਮੈਨੂੰ ਸੁਣਾਓ। ਤਾਂ ਫਿਰ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਦੇ ਗੁਣ, ਉਹਦੀਆਂ ਵਡਿਆਈਆਂ ਭਗਤ ਨਾਮਦੇਵ ਜੀ ਨੂੰ, ਭਗਤ ਤ੍ਰਿਲੋਚਨ ਜੀ ਨੂੰ ਸੁਣਾਉਣੀਆਂ। ਨਾਮ ਦਿਓ ਹਰ ਚਲਤ ਸੁਣਾਵੇ। ਭਗਤ ਨਾਮਦੇਵ ਜੀ ਪਰਮੇਸ਼ਰ ਦੀ ਕਥਾ ਸੁਣਾਇਆ ਕਰਦੇ ਸੀ। ਮੇਰੀ ਪੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਇੱਕ ਸਮੇਂ ਦਾ ਜ਼ਿਕਰ ਹੈ, ਜਦੋਂ ਲੰਮਾ ਸਮਾਂ ਇਸ ਤਰ੍ਹਾਂ ਦੋਵਾਂ ਨੂੰ ਭਗਤੀ ਕਰਦਿਆਂ, ਪ੍ਰਭੂ ਦੇ ਗੀਤ ਗਾਉਂਦਿਆਂ ਲੰਘ ਗਿਆ। ਤਾਂ ਇੱਕ ਦਿਨ ਭਗਤ ਤ੍ਰਿਲੋਚਨ ਜੀ ਨੇ ਭਗਤ ਨਾਮਦੇਵ ਜੀ ਨੂੰ ਕਿਹਾ। ਕੀ ਕਿਹਾ? ਮੇਰੀ ਭੀ ਕਰ ਬੇਨਤੀ। ਭਗਤ ਨਾਮਦੇਵ ਜੀ, ਤੁਹਾਡੀ ਤਾਂ ਰੱਬ ਦੇ ਨਾਲ ਸਿੱਧੀ ਗੱਲ ਹੈ, ਸੁਣਦਾ ਵੀ ਹੈ, ਅਤੇ ਮੇਰੀ ਬੇਨਤੀ ਵੀ ਕਰ ਦਿਓ ਪਰਮਾਤਮਾ ਨੂੰ, ਠਾਕੁਰ ਜੀ ਨੂੰ। ਮੇਰੇ ਵੱਲੋਂ ਵੀ ਅਰਦਾਸ ਬੇਨਤੀ ਕਰੋ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਮੈਂ ਵੀ ਪ੍ਰਭੂ ਦੇ ਦਰਸ਼ਨ ਵੇਖਾਂ, ਜੇ ਉਸ ਨੂੰ ਇਹ ਗੱਲ ਭਾਉਂਦੀ ਹੈ, ਜੇ ਪਰਮਾਤਮਾ ਨੂੰ ਚੰਗਾ ਲੱਗਦਾ। ਪੁੱਛੀ ਜ਼ਰੂਰ, ਤੁਹਾਨੂੰ ਤਾਂ ਦਰਸ਼ਨ ਹੁੰਦੇ ਹੈ, ਪਰ ਮੈਨੂੰ ਅਜੇ ਦਰਸ਼ਨ ਨਹੀਂ ਹੁੰਦੇ। ਤਾਂ ਮੇਰੇ ਵੱਲੋਂ ਬੇਨਤੀ ਜ਼ਰੂਰ ਕਰੀ ਪ੍ਰਭੂ ਜੀ ਨੂੰ ਵੀ ਭਗਤ ਤ੍ਰਿਲੋਚਨ ਦਰਸ਼ਨ ਕਰਨੇ ਚਾਹੁੰਦਾ ਹੈ, ਜੇ ਤੁਹਾਨੂੰ ਭਾਵੇਂ ਚੰਗਾ ਲੱਗੇ ਤੇ ਦਰਸ਼ਨ ਦੇ ਦਿਓ। ਠਾਕੁਰ ਜੀ ਨੂੰ ਪੁੱਛਿਓਸ, ਦਰਸ਼ਨ ਕਿਵੇਂ ਤ੍ਰਿਲੋਚਨ ਪਾਵੈ। ਭਗਤ ਨਾਮਦੇਵ ਜੀ ਕਹਿੰਦੇ ਠੀਕ ਹੈ, ਜਦੋਂ ਈਸ਼ਵਰਾਂ ਮੈਨੂੰ ਹੁਣ ਮਿਲਣਗੇ, ਦਰਸ਼ਨ ਹੋਣਗੇ, ਤੇ ਮੈਂ ਪ੍ਰਭੂ ਜੀ ਨੂੰ, ਠਾਕੁਰ ਜੀ ਨੂੰ ਬੇਨਤੀ ਕਰ ਦੇਵਾਂਗਾ ਵੀ ਮੇਰਾ ਇੱਕ ਮਿੱਤਰ ਸਾਥੀ ਹੈ, ਉਹ ਵੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਕਿਵੇਂ ਦਰਸ਼ਨ ਹੋਣਗੇ? ਸੋ ਠਾਕੁਰ ਜੀ ਨੂੰ ਪੁੱਛਿਆਸ। ਭਗਤ ਨਾਮਦੇਵ ਜੀ ਨੇ ਠਾਕੁਰ ਜੀ ਨਾਲ ਗੱਲ ਕੀਤੀ, ਪ੍ਰਭੂ ਦੇ ਨਾਲ ਗੱਲ ਕੀਤੀ, ਪੁੱਛਿਆ ਦਰਸ਼ਨ ਕਿਵੇਂ ਤ੍ਰਿਲੋਚਨ ਪਾਵੈ। ਪੁੱਛਿਆ, ਹੈ ਪ੍ਰਭੂ ਜੀ, ਮੇਰਾ ਮਿੱਤਰ ਤ੍ਰਿਲੋਚਨ ਹੈ, ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ, ਅਤੇ ਤ੍ਰਿਲੋਚਨ ਜੀ ਕਿਵੇਂ ਤੁਹਾਡੇ ਦਰਸ਼ਨ ਪ੍ਰਾਪਤ ਕਰ ਸਕਦੇ ਹੈ? ਕਿਵੇਂ ਤ੍ਰਿਲੋਚਨ ਜੀ ਨੂੰ ਤੁਸੀਂ ਦਰਸ਼ਨ ਦੇ ਸਕਦੇ ਹੋ? ਜੋ ਤੁਸੀਂ ਕਹੋਗੇ, ਜੋ ਢੰਗ, ਜੋ ਤਰੀਕਾ, ਜੋ ਜੁਗਤੀ ਵਰਤਣ ਵਾਸਤੇ ਕਹੋਗੇ, ਮੈਂ ਉਹਨੂੰ ਦੱਸ ਦੇਵਾਂਗਾ, ਉਹ ਉਸ ਜੁਗਤੀ ਨੂੰ ਵਰਤ ਲਵੇਗਾ ਅਤੇ ਤੁਹਾਡੇ ਦਰਸ਼ਨ ਹੋ ਜਾਣਗੇ। ਦੱਸੋ ਕਿਵੇਂ ਦਰਸ਼ਨ ਹੋਣਗੇ? ਹੱਸ ਕੇ ਠਾਕੁਰ ਬੋਲਿਆ, ਨਾਮ ਦਿਓ ਨੂੰ ਕਹਿ ਸਮਝਾਵੈ। ਸੋ ਠਾਕੁਰ ਜੀ ਨੇ ਅੱਗੋਂ ਹੱਸ ਕੇ ਜਵਾਬ ਦਿੱਤਾ ਅਤੇ ਨਾਮਦੇਵ ਜੀ ਨੂੰ ਕਹਿ ਕੇ ਸਮਝਾਇਆ। ਨਾਮਦੇਵ, ਗੱਲਬਾਤ ਸਾਰੀ ਮੈਂ ਦੱਸਦਾ ਵੀ ਮੇਰੇ ਦਰਸ਼ਨ ਕਿਵੇਂ ਹੁੰਦੇ ਹੈ, ਮੈਂ ਕਿਹਨਾਂ ਨੂੰ ਦਰਸ਼ਨ ਦਿੰਦਾ ਹਾਂ। ਸੋ ਜੋ ਗੱਲ ਕਹਿ ਕੇ ਸਮਝਾਈ, ਉਹਦਾ ਜ਼ਿਕਰ ਅੱਗੇ ਭਾਈ ਗੁਰਦਾਸ ਜੀ ਕਰਦੇ ਹੈ। ਹੱਥ ਨਾ ਆਵੈ ਭੇਟ ਸੋ, ਤੁਸ ਤ੍ਰਿਲੋਚਨ ਮੈਂ ਮੋਹਿ ਲਾਵੈ। ਭਗਤ ਨਾਮਦੇਵ, ਆਪਣੇ ਮਿੱਤਰ ਤ੍ਰਿਲੋਚਨ ਨੂੰ ਜਾ ਕੇ ਉਹਨੂੰ ਕਹਿ ਦਵੀਂ, ਹੱਥ ਨਾ ਆਵੈ ਭੇਟ ਸੋ, ਕਿ ਉਹ ਜਿਹੜਾ ਪ੍ਰਭੂ ਹੈ ਨਾ, ਉਹ ਭੇਟਾਂ ਦਿੱਤਿਆਂ ਹੱਥ ਨਹੀਂ ਆਉਂਦਾ। ਜੇ ਬੰਦਾ ਕਵੇ ਮੈਂ ਬਹੁਤ ਸਾਰੀ ਭੇਟਾਂ ਉਹਦੇ ਅੱਗੇ ਰੱਖ ਦੇਵਾਂ, ਚੜਾਵੇ ਉਹਦੇ ਅੱਗੇ ਚੜਾਵਾਂ ਅਤੇ ਦਰਸ਼ਨ ਹੋ ਜਾਣ, ਤ੍ਰਿਲੋਚਨ ਨੂੰ ਇਹ ਗੱਲ ਸਮਝਾ ਦਵੀਂ ਵੀ ਚੜਾਵਿਆਂ ਦੇ ਨਾਲ ਉਹਦੇ ਦਰਸ਼ਨ ਨਹੀਂ ਹੁੰਦੇ। ਇੱਦਾਂ ਤਾਂ ਫਿਰ ਅਮੀਰ ਲੋਕ ਹੀ ਦਰਸ਼ਨ ਕਰ ਪਾਉਂਦੇ, ਜਿਹੜੇ ਧਨ ਕਰਕੇ ਕੰਗਾਲ ਗਰੀਬ ਨੇ, ਉਹਨਾਂ ਨੂੰ ਕਦੇ ਮੇਰੇ ਦੀਦਾਰ ਹੀ ਨਾ ਹੁੰਦੇ। ਫਿਰ ਤੇ ਮੈਂ ਅਮੀਰਾਂ ਦੇ ਵੱਸ ਪੈ ਜਾਂਦਾ।
ਸਮਝਾ ਦਵੀਂ ਤ੍ਰਿਲੋਚਨ ਨੂੰ, ਮੈਂ ਅਮੀਰਾਂ ਦੀ ਕਠਪੁਤਲੀ ਨਹੀਂ ਹਾਂ, ਮੈਂ ਸੁਤੰਤਰ ਹਾਂ, ਮੈਂ ਕਿਸੇ ਦੇ ਅਧੀਨ ਨਹੀਂ। ਤੇ ਜਿਹਦੇ ਅਧੀਨ ਹਾਂ ਉਹ ਢੰਗ, ਉਹ ਤਰੀਕਾ ਕੀ, ਉਹ ਵੀ ਮੈਂ ਦੱਸਾਂਗਾ। ਸੋ ਇਸ ਲਈ ਸਮਝਾ ਦਵੀਂ ਜਾ ਕੇ, ਹੱਥ ਨਾ ਆਵੈ ਭੇਟ ਸੋ, ਤੁਸ ਤ੍ਰਿਲੋਚਨ ਮੈਂ ਮੋਹਿ ਲਾਵੈ। ਮੈਂ ਤਾਂ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਤ੍ਰਿਲੋਚਨ ਜੀ ਨੂੰ ਦਰਸ਼ਨ ਦੇ ਸਕਦਾ ਹਾਂ। ਜੇ ਉਹ ਮੈਨੂੰ ਪ੍ਰਸੰਨ ਕਰ ਲੈਣ ਤੇ ਮੈਂ ਦਰਸ਼ਨ ਦੇ ਦੇਵਾਂਗਾ। ਚੜ੍ਹਾਵਿਆਂ ਦੇ ਨਾਲ ਦਰਸ਼ਨ ਨਹੀਂ, ਮੈਨੂੰ ਖੁਸ਼ ਕਰ ਲਵੇ ਤੇ ਮੈਂ ਉਹਨੂੰ ਦੀਦਾਰ ਦੇ ਦੇਵਾਂਗਾ। ਹਉ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਦਾਵੈ। ਮੈਂ ਤਾਂ ਆਪਣੇ ਭਗਤਾਂ ਦੇ, ਆਪਣੇ ਪਿਆਰਿਆਂ ਦੇ ਅਧੀਨ ਹਾਂ, ਭਗਤਾਂ ਦੇ ਵਸ ਹਾਂ, ਭਗਤੀ ਦੇ ਅਧੀਨ ਹਾਂ। ਜਿਹੜੇ ਭਗਤੀ ਕਰਦੇ ਹੈ ਨਾ, ਮੈਂ ਉਹਨਾਂ ਨੂੰ ਦਰਸ਼ਨ ਦਿੰਦਾ ਹਾਂ। ਤੇ ਫਿਰ ਭਗਤੀ ਕਰਨ ਵਾਲਿਆਂ ਵਿੱਚ ਵੀ ਉਹਨਾਂ ਨੂੰ ਜਿਹੜੇ ਦਾਅਵਾ ਪੇਸ਼ ਨਹੀਂ ਕਰਦੇ। ਜਿਹੜਾ ਕੋਈ ਬੰਦਾ ਦਾਅਵਾ ਕਰਦਾ ਨਾ ਭਗਤੀ ਕਰਕੇ ਰੱਬ ਮਿਲਣਾ ਹੈ, ਤੇ ਉਹ ਬੰਦਾ ਇਹ ਮਨ ਵਿੱਚ ਦਾਅਵਾ ਪੇਸ਼ ਕਰਕੇ ਵੀ ਭਗਤੀ ਕੀਤਿਆਂ ਮੈਂ ਤਾਂ ਜ਼ਰੂਰ ਰੱਬ ਨੂੰ ਮਿਲ ਲੈਣਾ, ਉੱਥੇ ਉਹਨਾਂ ਦੀ ਹਉਮੈ ਆ ਜਾਂਦੀ ਹੈ, ਉਹਨਾਂ ਨੂੰ ਭਗਤੀ ਕੀਤਿਆਂ ਵੀ ਨਹੀਂ ਮਿਲਦਾ। ਕਿਉਂਕਿ ਧਰਮ ਦੇ ਕਰਮ ਕਰਦਿਆਂ ਵੀ ਬੰਦੇ ਦੇ ਅੰਦਰ ਹੰਕਾਰ ਆ ਜਾਂਦਾ ਹੈ। ਔਰ ਫਿਰ ਉਹ ਜਿਹੜੀ ਸੂਖਮ ਹਉਮੈ ਹੈ ਨਾ, ਉਹ ਪੜਦਾ, ਉਹ ਰੱਬ ਦੇ ਨਾਲ ਮੇਲ ਨਹੀਂ ਹੋਣ ਦਿੰਦਾ। ਭਾਂਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਭੰਬੀਰੀ ਦੇ ਖੰਭ ਜਿੰਨਾ ਪਤਲਾ ਪੜਦਾ ਜੇ ਸੂਖਮ ਹਉਮੈ ਦਾ ਅੰਦਰ ਹੈ ਤੇ ਉਹ ਦੂਰ ਹੈ, ਉਹਦੇ ਦੀਦਾਰ ਨਹੀਂ ਹੁੰਦੇ। ਹਉ ਅਧੀਨ ਹਾਂ ਭਗਤ ਦੇ, ਮੈਂ ਤਾਂ ਭਗਤਾਂ ਆਪਣੇ ਪਿਆਰਿਆਂ ਦੇ ਅਧੀਨ ਹਾਂ। ਪਹੁੰਚ ਨਾ ਹੰਗਾ ਭਗਤੀ ਦਾਵੈ, ਭਗਤੀ ਦੇ ਦਾਅਵਿਆਂ ਨੂੰ ਵੀ ਮੈਂ ਪਹੁੰਚ ਨਹੀਂ ਸਕਦਾ। ਜੋ ਅਨੰਨ ਭਗਤੀ ਹੈ, ਉਸ ਭਗਤੀ ਦਾ ਦਾਅਵਾ ਸ਼ਰਤ ਇਹ ਨਹੀਂ ਵੱਜ ਸਕਦੀ ਹੈ, ਪਰ ਮੈਂ ਭਗਤੀ ਦੇ ਦਾਅਵੇ ਨੂੰ ਪਿਛਾਂਹ ਵੀ ਨਹੀਂ ਸੁੱਟ ਸਕਦਾ ਹਾਂ। ਮਿਲਦਾ ਭਗਤੀ ਨਾ ਹੀ ਹਾਂ, ਦੀਦਾਰ ਭਗਤੀ ਕਰਨ ਵਾਲਿਆਂ ਨੂੰ ਹੀ ਹੁੰਦੇ ਹੈ। ਪਰ ਜਿਹੜੇ ਦਾਅਵਾ ਕਰਦੇ ਹੈ, ਮਹਾਰਾਜ ਕਹਿੰਦੇ ਸ਼ਰਤ ਨਹੀਂ, ਬਸ ਪ੍ਰੇਮ ਦੇ ਸਹਿਤ ਹੋ ਕੇ ਜਿਹੜੇ ਭਗਤੀ ਕਰਦੇ ਉਹਨਾਂ ਨੂੰ ਦੀਦਾਰ ਹੁੰਦੇ ਹੈ ਮੇਰੇ। ਤੇ ਜਿਹੜੇ ਭਗਤੀ ਕਰਦੇ ਵੀ ਮਨ ਵਿੱਚ ਸੂਖਮ ਹਉ ਲੈ ਕੇ ਬਹਿ ਜਾਂਦੇ ਹੈ, ਬਸ ਥੋੜ੍ਹਾ ਹੀ ਰਹਿ ਗਿਆ ਕਾਰਜ, ਹੁਣ ਤਾਂ ਮਿਲੂਗਾ ਰੱਬ, ਉਹਨੂੰ ਆਉਣਾ ਪੈਣਾ, ਇਸ ਤਰ੍ਹਾਂ ਨਹੀਂ। ਸੋ ਭਗਤੀ ਦੇ ਅਧੀਨ ਹਾਂ। ਗੁਰੂ ਗ੍ਰੰਥ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਦਾ ਇੱਕ ਬਚਨ ਆਉਂਦਾ ਹੈ, ਪਰਮਾਤਮਾ ਬੋਲ ਕੇ ਕਹਿੰਦਾ ਮੈਂ ਆਪਣੇ ਪਿਆਰਿਆਂ ਦੇ ਭਗਤਾਂ ਦੇ ਅਧੀਨ ਹਾਂ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ, ਮੋਹੇ ਏਕ ਸਮੈ ਮੋਕਉ ਗਹਿ ਬਾਂਧੈ, ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਪਰਮੇਸ਼ਰ ਬੋਲ ਕੇ ਕਹਿੰਦਾ ਹੈ ਵੀ ਜਿਨ੍ਹਾਂ ਨੂੰ ਮੈਂ ਬੰਨ੍ਹ ਦੇਵਾਂ ਬਚਨਾਂ ਦੇ ਨਾਲ, ਭਗਤ ਮੇਰੇ ਜਿਹੜੇ ਪਿਆਰੇ ਨੇ ਉਹਨਾਂ ਨੂੰ ਛੁਡਾ ਕੇ ਖਲਾਸੀ ਕਰਾਉਣ ਦੀ ਸਮਰੱਥਾ ਰੱਖਦੇ, ਛੁਡਾ ਸਕਦੇ। ਤੇ ਜਿਨ੍ਹਾਂ ਨੂੰ ਭਗਤਾਂ ਨੇ ਬੰਨ੍ਹ ਦਿੱਤਾ ਉਹਨਾਂ ਨੂੰ ਮੈਂ ਵੀ ਛੁਡਾ ਨਹੀਂ ਸਕਦਾ, ਉਹ ਭਗਤਾਂ ਦੀ ਸ਼ਰਨ ਵਿੱਚ ਹੀ ਜਾਣਾ ਪਏਗਾ। ਸੋ ਪਹੁੰਚ ਨਾ ਹੰਗਾ ਭਗਤੀ ਦਾਵੈ, ਭਗਤੀ ਦੇ ਦਾਅਵੇ ਕਰਕੇ ਵੀ ਕੋਈ ਮੇਰੇ ਤਾਈਂ ਪਹੁੰਚ ਨਹੀਂ ਸਕਦਾ। ਸੋ ਜਿਹਦੇ ਅੰਦਰ ਪ੍ਰੇਮ ਹੋਵੇ, ਭਗਤੀ ਕਰੇ, ਉਹਨੂੰ ਹੀ ਮੇਰੇ ਦੀਦਾਰ ਹੁੰਦੇ ਹੈ। ਹੋਏ ਵਿਚੋਲਾ ਆਣ ਮਿਲਾਵੈ, ਤੇ ਪਰਮੇਸ਼ਰ ਨੇ ਕਿਹਾ ਐ ਨਾਮਦੇਵ ਜੀ, ਜਿਨ੍ਹਾਂ ਦੇ ਤੇਰੇ ਵਰਗੇ ਸੰਤ ਵਿਚੋਲੇ ਬਣ ਜਾਣ ਉਹ ਫਿਰ ਮੇਰੇ ਨਾਲ ਮਿਲਾ ਦਿੰਦੇ ਹੈ। ਕਿਉਂਕਿ ਵਿਚੋਲਾ ਉਹ ਮਿਲਾਪ ਕਰਾ ਦਿੰਦਾ ਹੈ। ਪ੍ਰਭੂ ਭਗਤੀ ਦੇ ਮਾਰਗ 'ਤੇ ਚੱਲਦੇ ਹਾਂ, ਜਦੋਂ ਅਸੀਂ ਗੁਰੂ ਨੂੰ ਵਿਚੋਲਾ ਬਣਾ ਲੈਂਦੇ ਹਾਂ ਤਾਂ ਫਿਰ ਗੁਰੂ ਮਿਹਰ ਕਰਕੇ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਹਉ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ।
ਮੈਂ ਮਿੱਤਰ ਗੁਰੂ ਵਿਚੋਲੇ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ। ਜਿਸ ਮਿੱਤਰ ਵਿਚੋਲੇ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲਈ, ਆਪਣੇ ਕੰਤ ਪਤੀ ਨੂੰ ਪਛਾਣ ਲਿਆ। ਸੋ ਇਸ ਤਰ੍ਹਾਂ ਵਾਹਿਗੁਰੂ ਜੀ ਨੇ, ਠਾਕੁਰ ਜੀ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਵੀ ਤ੍ਰਿਲੋਚਨ ਜੀ ਨੂੰ ਸਮਝਾ ਦਿਓ, ਚੜ੍ਹਾਵਿਆਂ ਧਨ ਦੌਲਤ ਦੇ ਨਾਲ ਨਹੀਂ, ਮੈਂ ਤਾਂ ਪ੍ਰੇਮ ਭਗਤੀ ਦੇ ਅਧੀਨ ਹਾਂ। ਪ੍ਰੇਮ ਭਗਤੀ ਕਰੇ ਅਤੇ ਮੈਂ ਉਹਨੂੰ ਦਰਸ਼ਨ ਦੇ ਦੇਵਾਂਗਾ। ਸੋ ਭਗਤ ਤ੍ਰਿਲੋਚਨ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ 15 ਭਗਤਾਂ ਦੀ ਬਾਣੀ ਹੈ, ਉਹਨਾਂ ਦੇ ਵਿੱਚੋਂ ਭਗਤ ਤ੍ਰਿਲੋਚਨ ਜੀ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਭਗਤ ਤ੍ਰਿਲੋਚਨ ਜੀ ਦੇ ਬਾਣੀ ਦੇ ਵਿੱਚ ਅਸੀਂ 4 ਸ਼ਬਦ ਪੜ੍ਹਦੇ ਹਾਂ। ਇੱਕ ਸ਼ਬਦ ਉਹਨਾਂ ਦਾ ਸ੍ਰੀ ਰਾਗ ਦੇ ਵਿੱਚ ਹੈ, 2 ਸ਼ਬਦ ਗੂਜਰੀ ਰਾਗ ਦੇ ਵਿੱਚ ਹਨ, ਔਰ ਇੱਕ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਧਨਾਸਰੀ ਰਾਗ ਦੇ ਵਿੱਚ ਹੈ। ਸੋ ਤਿੰਨਾਂ ਰਾਗਾਂ ਦੇ ਵਿੱਚ ਭਗਤ ਤ੍ਰਿਲੋਚਨ ਜੀ ਦੀ ਬਾਣੀ ਹੈ। ਕੁੱਲ 4 ਸ਼ਬਦ ਹਨ, ਔਰ ਇਹਨਾਂ ਸ਼ਬਦਾਂ ਦਾ ਸਿਧਾਂਤ ਭਗਤ ਜੀ ਨੇ ਕਿਹਾ ਹੈ, ਪਰਮਾਤਮਾ ਦਾ ਨਾਮ ਜਪੋ ਅਤੇ ਸ਼ੁਭ ਕਰਮ ਕਰੋ। ਅਤੇ ਜਿਵੇਂ ਜਿਵੇਂ ਦੇ ਬੰਦਾ ਕਰਮ ਕਰਦਾ ਹੈ, ਚਿੱਤ ਦੀ ਬਿਰਤੀ ਜਿੱਥੇ ਟਿਕਾਉਂਦਾ ਹੈ, ਉਹ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਗੂਜਰੀ ਰਾਗ ਦੇ ਵਿੱਚ ਅਸੀਂ ਭਗਤ ਤ੍ਰਿਲੋਚਨ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ। ਬਹੁਤ ਵਾਰ ਆਪ ਜੀ ਨੇ ਕੀਰਤਨ ਦੇ ਵਿੱਚ ਵੀ ਇਹ ਸ਼ਬਦ ਸੁਣਿਆ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਰੀਬਾਈ ਗੋਬਿੰਦ ਨਾਮ ਮਤ ਬੀਸਰੈ। ਰਹਾਓ। ਜਿਹੜਾ ਹਮੇਸ਼ਾ ਮਾਇਆ ਦੀ ਚਿਤਵਨੀ ਵਿੱਚ ਰਹਿੰਦਾ ਹੈ, ਅੰਤ ਵੇਲੇ ਮਾਇਆ ਨੂੰ ਹੀ ਚੇਤੇ ਕਰਦਾ ਹੈ, ਮਰਨ ਵੇਲੇ ਵੀ ਮਾਇਆ ਹੀ ਚੇਤੇ ਹੈ, ਉਹ ਸੱਪ ਦੀ ਜੂਨ ਵਿੱਚ ਹੀ ਪੈਂਦਾ ਹੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਅਵਤਰੈ। ਧੀਆਂ ਪੁੱਤਰਾਂ ਨੂੰ ਹੀ ਜਿਹੜਾ ਚੇਤੇ ਕਰਦਾ ਰਹਿੰਦਾ ਹੈ, ਕਦੇ ਰੱਬ ਨੂੰ ਨਹੀਂ ਚੇਤੇ ਕਰਦਾ, ਮੌਤ ਵੇਲੇ ਵੀ ਉਹੀ ਚਿਤਵਨੀ ਹੈ, ਫਿਰ ਸੂਕਰ ਦੀ ਜੂਨ ਵਿੱਚ ਪੈਂਦਾ ਹੈ। ਸੋ ਜਿਸ ਤਰ੍ਹਾਂ ਚਿੱਤ ਦੀ ਬਿਰਤੀ ਜਿੱਥੇ ਟਿਕੀ ਹੈ, ਫਿਰ ਉਹਦੇ ਅਨੁਸਾਰ ਉਹਨੂੰ ਅਗਲਾ ਜਨਮ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਜਿਹੜਾ ਮਹਿਲ ਮੁਨਾਰਿਆਂ ਨੂੰ ਆਪਣੇ ਨੂੰ ਚੇਤੇ ਕਰਦਾ ਰਹਿੰਦਾ ਹੈ, ਪ੍ਰੇਤ ਜੂਨੀ ਵਿੱਚ ਪੈਂਦਾ ਹੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵਲ ਵਲ ਅਵਤਰੈ। ਜਿਹੜਾ ਕਾਮ ਵਾਸ਼ਨਾ ਦੀ ਚਿਤਵਨੀ ਵਿੱਚ ਹੀ ਰਹਿੰਦਾ ਹੈ ਅਤੇ ਅੰਤ ਵੇਲੇ ਮਰਨ ਵੇਲੇ ਵੀ ਉਸੇ ਚਿਤਵਨੀ ਵਿੱਚ ਰਹਿੰਦਾ ਹੈ, ਉਹ ਵੇਸ਼ਵਾ ਦੀ ਜੂਨ ਵਿੱਚ, ਫਿਰ ਅਗਲਾ ਜਨਮ ਵੇਸ਼ਵਾ ਦਾ ਪ੍ਰਾਪਤ ਹੁੰਦਾ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਭਗਤ ਨਾਮਦੇਵ ਜੀ ਕਹਿੰਦੇ, ਜਿਹੜਾ ਰੱਬ ਨੂੰ ਚੇਤੇ ਕਰਦਾ ਹੈ, ਮਰਨ ਵੇਲੇ ਵੀ ਅੰਤ ਵੇਲੇ ਵੀ ਜਿਹਨੂੰ ਰੱਬ ਪਰਮਾਤਮਾ ਚੇਤੇ ਹੈ, ਉਹ ਬੰਦਾ ਮੁਕਤ ਹੋ ਜਾਂਦਾ ਹੈ, ਕਿਉਂਕਿ ਉਹਦੇ ਹਿਰਦੇ ਵਿੱਚ ਰੱਬ ਵਸਦਾ ਹੈ। ਬਦਤ ਤਿਲੋਚਨ ਤੇ ਨਰ ਮੁਕਤਾ, ਉਹ ਮੁਕਤ ਹੋ ਜਾਂਦਾ ਹੈ। ਜੰਮਣ ਮਰਨ ਦੇ ਗੇੜੇ ਜਿਹੜੇ ਹੈ ਉਹਦੇ ਮੁੱਕ ਜਾਂਦੇ ਹੈ। ਸੋ ਭਗਤ ਨਾਮਦੇਵ ਜੀ ਨੇ ਜਿੱਥੇ ਵਾਹਿਗੁਰੂ ਦੀ ਭਗਤੀ ਦਾ ਉਪਦੇਸ਼ ਦਿੱਤਾ, ਉੱਥੇ ਆਪ ਦੇ ਪਰਮ ਪਿਆਰੇ ਮਿੱਤਰ ਭਗਤ ਤ੍ਰਿਲੋਚਨ ਜੀ ਨੇ ਵੀ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ। ਚਿੱਤ ਦੀ ਬਿਰਤੀ ਨੂੰ ਸਦਾ ਪਰਮੇਸ਼ਰ ਦੇ ਨਾਮ ਵਿੱਚ ਜੋੜਨਾ ਹੈ। ਧਨਾਸਰੀ ਰਾਗ ਦਾ ਜੋ ਸ਼ਬਦ ਅਸੀਂ ਭਗਤ ਤ੍ਰਿਲੋਚਨ ਜੀ ਦਾ ਪੜ੍ਹਦੇ ਹਾਂ, ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੂ ਕਰਮ ਰੀਏ। ਸਾਰਾ ਸ਼ਬਦ ਜਦੋਂ ਪੜ੍ਹਦੇ ਹਾਂ ਭਾਵ ਇਹੀ ਹੈ ਕਿ ਰੱਬ ਨੂੰ ਬੰਦਾ ਨਿੰਦਦਾ ਹੈ, ਅਤੇ ਭਗਤ ਤ੍ਰਿਲੋਚਨ ਜੀ ਕਹਿੰਦੇ ਤੇਰੀ ਭੁੱਲ ਹੈ, ਇਹ ਕਰਮਾਂ ਦਾ ਮਿਲਿਆ ਹੈ।
ਤੇ ਜਿਵੇਂ ਜਿਵੇਂ ਕਰਮ ਕੀਤੇ ਉਵੇਂ ਦਾ ਕੁਝ ਪ੍ਰਾਪਤ ਹੋ ਗਿਆ ਹੈ। ਤੇ ਇਸ ਲਈ ਰੱਬ ਨੂੰ ਨਿੰਦਣਾ, ਉਹਦੀ ਨਿੰਦਿਆ ਕਰਨੀ, ਇਹ ਤੇਰੀ ਬਹੁਤ ਜ਼ਿਆਦਾ ਤੇ ਬਹੁਤ ਵੱਡੀ ਭੁੱਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਨੇ ਬਚਨ ਕੀਤੇ ਨੇ, ਤੂੰ ਰੱਬ ਨੂੰ ਦੋਸ਼ ਨਾ ਦੇ ਜਾਂ ਕਿਸੇ ਹੋਰ ਕਿਸੇ ਨੂੰ ਦੋਸ਼ ਨਾ ਦੇ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ, ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਜਿਹੜੇ ਕਰਮ ਤੂੰ ਕਮਾਏ ਹੈ ਉਹ ਹੁਣ ਤੈਨੂੰ ਫਲ ਮਿਲਦਾ ਹੈ, ਤੇ ਕਿਸੇ ਦੂਜੇ ਨੂੰ ਕਿਉਂ ਕਹਿਣਾ ਵੀ ਇਹ ਦੂਜਾ ਬੰਦਾ ਮੈਨੂੰ ਦੁੱਖ ਦੇ ਰਿਹਾ ਹੈ। ਜੇ ਕਿਸੇ ਦੇ ਰਾਹ ਦੇ ਵਿੱਚ ਇੱਕ ਕੰਡਾ ਬੀਜੇਗਾ ਤਾਂ ਕੰਡੇ ਹੀ ਉਗਣੇ ਨੇ, ਤੇਰੇ ਰਾਹ ਵਿੱਚ ਉਗਣਗੇ। ਕਿਸੇ ਦਾ ਭਲਾ ਕਰੇਗਾ, ਪਰਉਪਕਾਰ ਕਰੇਗਾ, ਤੇਰਾ ਵੀ ਭਲਾ ਹੋਵੇਗਾ। ਸਿਆਣੇ ਸਤਿਪੁਰਸ਼ ਕਿਹਾ ਕਰਦੇ ਸੀ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਸੋ ਭਲਾਈ ਲੋਕ ਜਿਹੜੇ ਬਹੁਤ ਘੱਟ ਕਰਦੇ ਹੈ। ਈਰਖਾ ਦੀ ਅੱਗ ਦੇ ਵਿੱਚ ਅੱਜ ਦੁਨੀਆ ਸੜਦੀ ਪਈ ਹੈ। ਮੇਰੇ ਸਤਿਗੁਰੂ ਕਹਿੰਦੇ ਹੈ, ਤੂੰ ਭਗਤੀ ਕਰ। ਇਹ ਜਿਹੜੀ ਈਰਖਾ ਦੀ ਅੱਗ ਹੈ ਨਾ ਤੇਰੇ ਅੰਦਰ, ਪਰਮਾਤਮਾ ਦਾ ਨਾਮ ਐਸਾ ਸੀਤਲ ਜਲ ਹੈ, ਤੇਰੇ ਅੰਦਰੋਂ ਈਰਖਾ ਦੀ ਅਗਨੀ ਬੁਝਾ ਦੇਵੇਗਾ। ਫਿਰ ਤਾਂ ਤੂੰ ਉਸ ਅਵਸਥਾ ਵਿੱਚ ਪਹੁੰਚੇਗਾ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਇਹ ਜਿਹੜਾ ਮਨ ਦੇ ਵਿੱਚ ਈਰਖਾ ਹੈ, ਬਾਣੀ ਦਾ ਹੋਰ ਅਸੀਂ ਬਚਨ ਪੜ੍ਹਦੇ ਹਾਂ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਫਿਰ ਇਹ ਜਿਹੜੀ ਪਰਾਈ ਤਾਤ ਹੈ ਨਾ, ਈਰਖਾ, ਇਹ ਅੰਦਰੋਂ ਚਲੀ ਜਾਂਦੀ ਹੈ ਜਦੋਂ ਸਾਧ ਸੰਗਤ ਦੇ ਵਿੱਚ ਆ ਕੇ ਬੈਠਦਾ ਹੈ, ਸਾਧੂਆਂ ਦੀ ਸੰਗਤ ਕਰਦਾ ਹੈ, ਭਗਤਾਂ ਦੀ ਪਿਆਰਿਆਂ ਦੀ ਸੰਗਤ ਕਰਦਾ, ਗੁਰੂ ਦੀ ਸੰਗਤ ਕਰਦਾ ਹੈ। ਫਿਰ ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕਉ ਬਨ ਆਈ। ਫਿਰ ਕੋਈ ਵੈਰੀ ਨਹੀਂ ਨਜ਼ਰ ਆਉਂਦਾ, ਨਾ ਕੋਈ ਬੇਗਾਨਾ, ਸਾਰੇ ਆਪਣੇ ਹੀ ਨੇ, ਪਰਾਇਆ ਕੋਈ ਨਹੀਂ। ਪਰ ਜਦੋਂ ਤੱਕ ਅੰਦਰ ਈਰਖਾ ਹੈ, ਵਿਕਾਰਾਂ ਦੀ ਭਰਮਾਰ ਹੈ, ਉਦੋਂ ਤੱਕ ਬੰਦੇ ਨੂੰ ਕੋਈ ਆਪਣਾ ਨਜ਼ਰ ਹੀ ਨਹੀਂ ਆਉਂਦਾ। ਉਦੋਂ ਤਾਂ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਜਦੋਂ ਮੋਹ ਵਿੱਚ ਅਧੀਨ ਹੋ ਜਾਂਦਾ ਹੈ, ਇਹ ਧਨ ਵੀ, ਇਹ ਦੌਲਤ ਵੀ, ਇਹ ਘਰ ਵੀ, ਇਹ ਧੀਆਂ ਪੁੱਤਰੇ ਮੇਰੇ ਨੇ, ਰੱਬ ਪਰਾਇਆ ਹੈ। ਸੰਸਾਰੀ ਲੋਕ ਸੰਸਾਰ ਦੇ ਨਾਲ ਬਹੁਤੀ ਗੰਢ ਕੇ ਰੱਖਦਾ ਹੈ ਅਤੇ ਨਿਰੰਕਾਰੀ ਨਿਰੰਕਾਰ ਦੇ ਚਰਨਾਂ ਨਾਲ ਜੁੜਦਾ ਹੈ। ਸੋ ਭਗਤੀ ਕਰਨ ਵਾਲਿਆਂ ਦੇ ਅੰਦਰੋਂ ਈਰਖਾ ਦੀ ਅਗਨੀ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ, ਕਿਸੇ ਦੂਜੇ ਨੂੰ ਦੋਸ਼ ਨਾ ਦੇ। ਜੋ ਕੁਝ ਤੈਨੂੰ ਮਿਲਿਆ ਹੈ ਇਹ ਤੂੰ ਬੀਜਿਆ ਸੀ, ਤੈਨੂੰ ਮਿਲਿਆ ਹੈ, ਤੇਰੇ ਕਰਮਾਂ ਦਾ ਇਹ ਫਲ ਹੈ। ਦੱਦੈ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਜੋ ਮੈਂ ਕੀਤਾ ਸੀ ਉਹ ਮੈਂ ਪਾ ਲਿਆ, ਕਿਸੇ ਹੋਰ ਨੂੰ ਕਿਉਂ ਦੋਸ਼ ਦਿੰਦਾ ਹੈ। ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ, ਕਿਸ ਕਉ ਦੋਸ ਦੇਹ ਤੂੰ ਪ੍ਰਾਣੀ, ਸਹੋ ਆਪਣਾ ਕੀਆ ਕਰਾਰਾ ਹੈ। ਜੋ ਆਪਣਾ ਤੂੰ ਕੀਤਾ ਉਹ ਕਰੜਾ, ਹੁਣ ਦੁੱਖ ਹੋਵੇ ਸੁੱਖ ਹੋਵੇ ਉਹਨੂੰ ਸਹਾਰ। ਸੋ ਇਸ ਲਈ ਭਗਤ ਤ੍ਰਿਲੋਚਨ ਜੀ ਦੀ ਜੋ ਬਾਣੀ ਧਨਾਸਰੀ ਰਾਗ ਵਿੱਚ ਸ਼ਬਦ ਪੜ੍ਹਦੇ ਹਾਂ ਵੀ ਵੇਖੋ, ਫਿਰ ਉਹਨਾਂ ਉਦਾਹਰਣਾਂ ਬੜੀਆਂ ਦਿੱਤੀਆਂ ਵੀ ਕਰਮ ਕੀਤਾ ਅਤੇ ਉਹਨਾਂ ਨੂੰ ਉਹ ਸੇਵਾ ਦਾ ਫਲ ਮਿਲਿਆ, ਭਲਾ ਕੀਤਾ। ਅਤੇ ਜੇ ਉਹ ਕਰਮ ਨਾ ਕਰਦੇ ਤਾਂ ਉਹ ਬਖਸ਼ਿਸ਼ ਨਾ ਮਿਲਦੀ।
ਜੇ ਹਨੂਮਾਨ ਨੇ ਸ੍ਰੀ ਰਾਮਚੰਦਰ ਦੀ ਸੇਵਾ ਵਿੱਚ ਰਹੇ ਤਾਂ ਉਹਨਾਂ ਨੂੰ ਲੰਗੋਟ ਦਿੱਤਾ, ਬਚਨ ਕਹੇ ਬਖਸ਼ਿਸ਼ ਦੇ। ਸੋ ਇਸ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਨੇ ਜਿਵੇਂ ਜਿਵੇਂ ਦੇ ਕਰਮ ਕੀਤੇ ਉਹੋ ਜਿਹਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਭਗਤ ਤ੍ਰਿਲੋਚਨ ਜੀ ਦੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ। 3 ਰਾਗਾਂ ਵਿੱਚ ਉਹਨਾਂ ਦੇ ਸ਼ਬਦ ਹਨ। ਸਤਿਗੁਰੂ ਮਿਹਰ ਕਰਨ। ਸੋ ਭਗਤਾਂ ਨੇ ਜਿਵੇਂ ਭਗਤੀ ਕੀਤੀ ਅਤੇ ਪ੍ਰਭੂ ਮਾਰਗ 'ਤੇ ਚੱਲਦਿਆਂ ਹੋਇਆਂ ਸਾਈਂ ਦੇ ਦਰ 'ਤੇ ਪ੍ਰਵਾਨ ਹੋਏ ਅਤੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ। ਅਸੀਂ ਵੀ ਉਸ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦੇ ਹਾਂ। ਭੁੱਲਾਂ ਦੀ ਖਿਮਾ, ਅਗਾਂਹ ਵਾਸਤੇ ਸੁਮੱਤ ਬਖਸ਼ਣੀ। ਇਹ ਜਿਹੜੀ ਪੌੜੀ ਹੈ ਨਾ ਭਗਤ ਨਾਮਦੇਵ ਅਤੇ ਭਗਤ ਤ੍ਰਿਲੋਚਨ ਦੇ ਮਿਲਾਪ ਵਾਲੀ, ਇਸ ਪੌੜੀ ਦਾ ਸਮੁੱਚਾ ਜਿਹੜਾ ਸਿਧਾਂਤ ਦੱਸਿਆ ਹੈ ਭਾਈ ਗੁਰਦਾਸ ਸਾਹਿਬ ਜੀ ਨੇ, ਉਹ ਇਹ ਹੈ ਕਿ ਭਗਤੀ ਕਰਨ ਦਾ ਜਿਹੜਾ ਵਧੇਰੇ ਲਾਭ ਹੈ ਉਹ ਸਤ ਸੰਗਤ ਦੇ ਵਿੱਚ ਹੈ। ਭਗਤ ਨਾਮਦੇਵ ਦੇ ਕੋਲ ਆਉਂਦੇ ਸੀ ਭਗਤੀ ਕਰਨ ਭਗਤ ਤ੍ਰਿਲੋਚਨ ਜੀ, ਇਸ ਲਈ ਸਤ ਸੰਗਤ ਜ਼ਰੂਰ ਕਰਨੀ ਹੈ। ਅਤੇ ਦੂਜਾ, ਜੋ ਗੁਰੂ ਭਾਈ ਪਰਮਾਰਥ ਵਿੱਚ ਅੱਗੇ ਹੋਣ, ਉਹ ਆਪਣੇ ਛੋਟੇ ਭਰਾਵਾਂ ਦੀ ਵੀ ਸਹਾਇਤਾ ਕਰਦੇ। ਭਗਤੀ ਮਾਰਗ ਵਿੱਚ ਜਿਹੜੇ ਅੱਗੇ ਪਹੁੰਚੇ ਹੁੰਦੇ ਹੈ, ਜਿਨ੍ਹਾਂ ਦੀ ਅਵਸਥਾ ਉੱਚੀ ਹੈ, ਉਹ ਫਿਰ ਆਪਣੇ ਛੋਟੇ ਭਾਈਆਂ ਨੂੰ ਵੀ ਨਾਲ ਲੈ ਕੇ ਚੱਲਦੇ ਆ ਵੀ ਆ ਤੂੰ ਵੀ ਇੱਥੋਂ ਤੱਕ ਪਹੁੰਚ, ਭਗਤੀ ਕਰਦਿਆਂ ਤੂੰ ਵੀ ਇੱਥੇ ਅੱਪੜ ਸਕਦਾ ਹੈ। ਤੀਜਾ ਜੋ ਇਹਦੇ ਵਿੱਚ ਪੌੜੀ 'ਚ ਸਿੱਖਿਆ ਦਿੱਤੀ ਹੈ ਉਹ ਇਹ ਹੈ ਵੀ ਜਿਹੜਾ ਵਿਚੋਲਾ ਹੁੰਦਾ ਹੈ, ਵੱਡਾ ਜਿਹੜਾ ਗੁਰ ਭਾਈ ਹੈ, ਸੰਤ ਹੈ, ਭਗਤ ਹੈ, ਉਹ ਹਮੇਸ਼ਾ ਸਹਾਇਤਾ ਕਰੇ। ਜਿਵੇਂ ਦੁਨੀਆ ਦੇ ਵਕੀਲ ਸਹਾਇਤਾ ਕਰਦੇ ਹੈ ਨਾ, ਇਸੇ ਤਰ੍ਹਾਂ ਉਹ ਵੀ ਸਹਾਇਤਾ ਕਰੇ, ਪਰਮਾਤਮਾ ਦੇ ਅੱਗੇ ਅਰਦਾਸ ਕਰੇ ਆਪਣੇ ਮਿੱਤਰ ਵਾਸਤੇ। ਅਤੇ ਚੌਥਾ ਜੋ ਸਭ ਤੋਂ ਵੱਡਾ ਉਪਦੇਸ਼ ਹੈ, ਵਾਹਿਗੁਰੂ ਕਰਮ ਕਾਂਡਾਂ ਦੇ ਨਾਲ ਨਹੀਂ, ਉਹ ਸ਼ਰਧਾ ਪ੍ਰੇਮ ਅਤੇ ਭਗਤੀ ਦੇ ਨਾਲ ਪ੍ਰਸੰਨ ਹੁੰਦਾ ਹੈ। ਸੋ ਇਹ ਸਿੱਖਿਆ ਦਿੱਤੀ ਹੈ ਸਤਿਗੁਰੂ ਮਿਹਰ ਕਰਨ ਜੀ। ਹਉ ਅਧੀਨ ਹਾਂ ਭਗਤ ਦੇ, ਪਹੁੰਚ ਨ ਹੰਗਾ ਭਗਤੀ ਦਾਵੈ, ਹੋਏ ਵਿਚੋਲਾ ਆਣ ਮਿਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ